ਪਿਆਰੇ ਕਿਸਾਨ ਵੀਰੋ, ਆਤਮ ਨਿਰਭਰ ਭਾਰਤ ਵੱਲ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਦੇ ਵੱਧਦੇ ਕਦਮ ਇਹ ਵਿਸ਼ਾ ਹੈ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ। ਵਿਸ਼ੇ ਸੰਬੰਧੀ ਜਾਣਕਾਰੀ ਦੇਣ ਲਈ ਅੱਜ ਸਾਡੇ ਵਿਚਕਾਰ ਨੇ ਸਰਦਾਰ ਜਸਪਾਲ ਸਿੰਘ ਜੀ, ਜਿਹੜੇ IAS ਨੇ, ਪ੍ਰਮੁੱਖ ਸਕੱਤਰ ਨੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ। ਇਹਨਾਂ ਤੋਂ ਅਸੀਂ ਸਾਰੀ ਜਾਣਕਾਰੀ ਹਾਸਲ ਕਰਨੀ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਲਈ 2022 ਤੱਕ ਇਹ ਸਾਰੇ ਵਿਭਾਗ ਕੀ ਕਰ ਰਹੇ ਨੇ, ਕਿਹੜੀਆਂ ਸਕੀਮਾਂ ਇਹਨਾਂ ਦੀਆਂ ਚੱਲ ਰਹੀਆਂ ਨੇ ਤਾਂ ਕਿ ਕਿਸਾਨ ਆ ਜਿਹੜਾ ਆਤਮ ਨਿਰਭਰ ਹੋ ਕੇ ਉਹਦੀ ਆਮਦਨ ਜਿਹੜੀ 2022 ਤੱਕ ਦੁੱਗਣੀ ਤੱਕ ਜ਼ਰੂਰ ਪਹੁੰਚ ਜਾਵੇ। ਸੋ ਆਪਾਂ ਇਹਨਾਂ ਤੋਂ ਸਾਰੀ ਜਾਣਕਾਰੀ ਹਾਸਲ ਕਰਨੀ ਹੈ। ਸਰਦਾਰ ਜਸਪਾਲ ਸਿੰਘ ਜੀ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਥੈਂਕ ਯੂ। ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਕਿਸਾਨਾਂ ਦੀ ਆਮਦਨ ਦੁੱਗਣੀ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ 2022 ਦੇ ਵਿੱਚ ਭਾਰਤ ਸਰਕਾਰ ਨੇ ਮੱਥਿਆ ਹੋਇਆ, ਸਾਡੇ ਪ੍ਰਧਾਨ ਮੰਤਰੀ ਜੀ ਨੇ ਮਿਥਿਆ ਕਿ 2022 ਤੱਕ ਆਪਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ ਜੀ। ਤਾਂ ਹੀ ਹੋ ਸਕਦੀ ਹੈ ਜੇਕਰ ਖੇਤੀ ਦੇ ਨਾਲ ਨਾਲ ਕੋਈ ਨਾ ਕੋਈ ਸਹਾਇਕ ਧੰਦਾ ਅਪਣਾ ਕੇ ਕਿਸਾਨ ਵੀਰ ਉਹਦੀ ਮਾਰਕੀਟਿੰਗ ਕਰੇ, ਉਹਦੀ ਐਕਸਟਰਾ ਆਮਦਨ ਲਵੇ। ਉਸ ਤੋਂ ਬਿਨਾਂ ਇਹ ਸੰਭਵ ਨਹੀਂ ਹੈ ਲੱਗਦਾ, ਕਿਉਂਕਿ ਖੇਤੀ ਦੇ ਵਿੱਚ ਇਸ ਵਾਰੀ ਖੜੋਤ ਆ ਚੁੱਕੀ ਹੈ ਤੇ ਖੇਤੀ ਦੇ ਨਾਲ ਨਾਲ ਕਿਸੇ ਨਾ ਕਿਸੇ ਕਿੱਤੇ ਵੱਲ ਕਿਸਾਨਾਂ ਨੂੰ ਜ਼ਰੂਰ ਆਉਣਾ ਪਊਗਾ। ਸੋ ਆਪਾਂ ਜੇ ਗੱਲ ਕਰੀਏ ਪਸ਼ੂ ਪਾਲਣ ਵਿਭਾਗ ਦੀ, ਤਾਂ ਵਿਭਾਗ ਕਿਸ ਤਰ੍ਹਾਂ ਦਾ ਯੋਗ ਕਿਸਾਨ ਵੀਰਾਂ ਦੇ ਲਈ ਪਾ ਰਿਹਾ ਤਾਂ ਕਿ ਉਹਨਾਂ ਦੀ ਆਮਦਨ 2022 ਤੱਕ ਦੁੱਗਣੀ ਹੋਵੇ? ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਔਰ ਜਿਵੇਂ ਤੁਸੀਂ ਆਪ ਹੀ ਦੱਸਿਆ ਕਿ ਖੇਤੀ ਦੇ ਵਿੱਚ ਪੰਜਾਬ ਨੇ ਹਾਲਾਂਕਿ ਬਹੁਤ ਤਰੱਕੀ ਕੀਤੀ ਹੈ, ਲੇਕਿਨ ਹੁਣ TC ਤੇ ਪਹੁੰਚਣ ਕਰਕੇ ਹੋਰ ਅੱਗੇ ਤਰੱਕੀ ਜਿਹੜੀ ਹੈ ਬਹੁਤ ਜ਼ਿਆਦਾ ਪੋਸੀਬਲ ਨਹੀਂ ਹੈ ਸ਼ਾਇਦ ਜੀ। ਇਸ ਲਈ ਬਹੁਤ ਜ਼ਰੂਰੀ ਹੈ ਕਿ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਜਿਹੜੇ ਹੈ ਉਹ ਵੀ ਲਏ ਜਾਣ ਔਰ ਉਹਨਾਂ ਨੂੰ ਭਰਪੂਰ ਜਿਹੜਾ ਹੈ ਤਰੱਕੀ ਦੇ ਰਾਹ ਤੇ ਤੋਰਿਆ ਜਾਵੇ। ਇਹਦੇ ਵਿੱਚ ਜਿਹੜਾ ਮੇਰਾ ਵਿਭਾਗ ਹੈ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ, ਇਹਦੇ ਵੱਲੋਂ ਵੱਖ-ਵੱਖ ਸਕੀਮਾਂ ਜਿਹੜੀਆਂ ਚਲਾਈਆਂ ਜਾਂਦੀਆਂ ਨੇ। ਕੁਛ ਜਿਹੜੀਆਂ ਸਕੀਮਾਂ ਨੇ ਉਹ ਕੇਂਦਰ ਸਰਕਾਰ ਦੀਆਂ ਨੇ ਔਰ ਕੁਛ ਰਾਜ ਸਰਕਾਰ ਦੀਆਂ ਆਪਣੀਆਂ ਸਕੀਮਾਂ ਵੀ ਨੇ। ਸੋ ਇਹਨਾਂ ਸਕੀਮਾਂ ਦੇ ਵਿੱਚ ਮੁੱਖ ਤੌਰ ਤੇ ਮੈਂ ਨਾਮ ਲੈਣਾ ਚਾਹੂੰਗਾ, ਇੱਕ ਹੈ ਨੈਸ਼ਨਲ ਲਾਈਵ ਸਟਾਕ ਮਿਸ਼ਨ, ਦੂਸਰਾ ਹੁਣੇ ਨਵੀਂ ਸਕੀਮ ਜਿਹੜੀ ਲਾਂਚ ਹੋਈ ਹੈ ਉਹ ਹੈ ਪ੍ਰਧਾਨ ਮੰਤਰੀ ਮਤस्य ਯੋਜਨਾ, ਔਰ ਤੀਸਰੀ ਜਿਹੜੀ ਸਕੀਮ ਹੈ ਇਹ ਵੀ ਹੁਣੇ ਲਾਂਚ ਹੋਈ ਹੈ ਕੋਵਿਡ ਦੇ ਚਲਦਿਆਂ। ਇਸ ਸਕੀਮ ਦਾ ਨਾਮ ਹੈ ਐਨੀਮਲ ਹਸਬੈਂਡਰੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੰਡ। ਸੋ ਇਹ ਜਿਹੜੇ ਪ੍ਰੋਗਰਾਮਸ ਹੈਗੇ ਨੇ, ਇਹ ਪ੍ਰੋਗਰਾਮਾਂ ਦੇ ਨਾਲ ਸਾਡੀ ਕੋਸ਼ਿਸ਼ ਹੈ ਕਿ ਕਿਸਾਨ ਵੀਰਾਂ ਦੀ ਆਮਦਨ ਜਿਹੜੀ ਹੈ ਉਹਦੇ ਵਿੱਚ ਵਾਧਾ ਕੀਤਾ ਜਾਵੇ ਔਰ 2022 ਤੱਕ ਇਹ ਜਿਹੜੀ ਆਮਦਨ ਹੈਗੀ ਆ ਇਹਨੂੰ ਦੁੱਗਣਾ ਕੀਤਾ ਜਾਵੇ। ਸੋ ਬਿਲਕੁਲ ਜੀ, ਤੁਸੀਂ ਜਸਪਾਲ ਸਿੰਘ ਜੀ ਬਹੁਤ ਅੱਛਾ ਦੱਸਿਆ ਆ ਕਿ ਸਕੀਮਾਂ ਭਾਰਤ ਸਰਕਾਰ ਦੀਆਂ ਵੀ ਨੇ, ਪੰਜਾਬ ਸਰਕਾਰ ਦੀਆਂ ਵੀ ਸਕੀਮਾਂ ਜਿਹੜੀਆਂ ਕਿਸਾਨ ਵੀਰਾਂ ਦੇ ਲਈ ਚੱਲ ਰਹੀਆਂ ਨੇ। ਕਿਸਾਨ ਵੀਰਾਂ ਨੂੰ ਇਹੋ ਜਿਹੇ ਪਲੇਟਫਾਰਮ ਤੇ ਲਿਆਉਣ ਲਈ ਸਕੀਮਾਂ ਚੱਲ ਰਹੀਆਂ ਕਿ 2022 ਤੱਕ ਉਹਨਾਂ ਦੀ ਆਮਦਨ ਦੁੱਗਣੀ ਹੋ ਜਾਵੇ। ਸੋ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਪਸ਼ੂ ਪਾਲਣ ਦੀ, ਪਸ਼ੂ ਪਾਲਣ ਤਾਂ ਹੀ ਲਾਹੇਵੰਦ ਕਿੱਤਾ ਹੋ ਸਕਦਾ ਹੈ ਇਹਦੇ ਵਿੱਚ ਨਸਲ ਸੁਧਾਰ ਹੋਵੇ, ਵਧੇਰੇ ਦੁੱਧ ਉਤਪਾਦ ਹੋਵੇ। ਨਸਲ ਸੁਧਾਰ ਨਾਲ ਹੀ ਇਹ ਵਧੇਰੇ ਦੁੱਧ ਉਤਪਾਦ ਹੋਊਗਾ। ਤੇ ਇਹਦੇ ਸੰਬੰਧੀ ਥੋੜਾ ਜਿਹਾ ਵਿਸਥਾਰ ਨਾਲ ਦੱਸੋ ਕਿ ਸਾਡੇ ਜਿਹੜੇ ਦੁੱਧ ਉਤਪਾਦਕ ਨੇ ਆਪਣੇ ਪਸ਼ੂਆਂ ਦੇ ਵਿੱਚ ਨਸਲ ਸੁਧਾਰਨ ਲਈ ਕਿਹੋ ਜਿਹੇ ਉਪਰਾਲੇ ਕਰਨ? ਪੰਜਾਬ ਸਰਕਾਰ ਵੱਲੋਂ ਜਿਹੜੇ ਹੈ ਕਈ ਤਰ੍ਹਾਂ ਦੇ ਕਦਮ ਇਸ ਮੁਤਲਕ ਜਿਹੜੇ ਹੈ ਉਹ ਲਏ ਗਏ ਨੇ। ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੂੰਗਾ, ਅਸੀਂ ਇੱਥੇ ਵੱਖ-ਵੱਖ ਜਿਹੜੇ ਹੈ ਫਾਰਮਸ ਐਸਟੈਬਲਿਸ਼ ਕੀਤੇ ਹੋਏ ਨੇ, ਜਿਨ੍ਹਾਂ ਦੇ ਵਿੱਚ ਮੱਝਾਂ ਦੇ ਵਿਕਾਸ ਦੇ ਫਾਰਮ ਹੈਗੇ ਨੇ, ਗਾਈਆਂ ਵਾਸਤੇ ਵੀ ਸਿਮਿਲਰਲੀ ਫਾਰਮ ਹੈਗੇ ਨੇ ਔਰ ਇਹਨਾਂ ਫਾਰਮਸ ਦੇ ਅਸੀਂ ਅੱਛੀ ਕਿਸਮ ਦੀਆਂ ਜਿਹੜੀਆਂ ਨਸਲਾਂ ਹਾਂ ਉਹ ਉਹਨਾਂ ਨੂੰ ਜਿਹੜਾ ਕੰਜ਼ਰਵ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ। ਔਰ ਜਦੋਂ ਇਹ ਜਿਹੜਾ ਹੈ ਜਰਮ ਪਲਾਜ਼ਮ ਸਾਡੇ ਕੋਲ ਅੱਛੇ ਬੜਾ ਤਿਆਰ ਹੋ ਜਾਂਦਾ ਹੈਗਾ ਹੈ ਤਾਂ ਫਿਰ ਉਹਨੂੰ ਅਸੀਂ ਪੂਰੇ ਸਟੇਟ ਦੇ ਵਿੱਚ ਜਿਹੜਾ ਹੈਗਾ ਹੈ ਪ੍ਰੋਪੇਗੇਟ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ। ਇਹਦੇ ਵਾਸਤੇ ਇੱਕ ਜਿਹੜਾ ਵੱਡਾ ਕਦਮ ਹੈ ਉਹ ਹੈ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਦਾ, ਮਨਸੂਈ ਗਰਭ ਜਿਹੜਾ ਹੈ ਇਹ ਧਾਰਨ ਦਾ ਜਿਹੜਾ ਹੈ ਪ੍ਰੋਗਰਾਮ ਹੈ। ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਸਟੇਟ ਦੇ ਵਿੱਚ 2 ਸੀਮਨ ਸਟੇਸ਼ਨ ਜਿਹੜੇ ਹੈ ਉਹ ਕਾਇਮ ਕੀਤੇ ਗਏ ਨੇ।
ਇੱਕ ਨਾਭੇ ਵਿਖੇ ਹੈ ਔਰ ਦੂਸਰਾ ਰੋਪੜ ਵਿਖੇ ਹੈ। ਇਹ ਦੋਨੋਂ ਸੀਮਨ ਸਟੇਸ਼ਨ ਜਿਹੜੇ ਹੈਗੇ ਆ, ਇਹਨਾਂ ਤੇ ਵਧੀਆ ਕਿਸਮ ਦੇ ਬੁਲਸ ਜਿਹੜੇ ਹੈ ਤਿਆਰ ਕਰਕੇ ਉਹਨਾਂ ਤੋਂ ਸੀਮਨ ਜਿਹੜਾ ਹੈ ਤਿਆਰ ਕੀਤਾ ਜਾਂਦਾ ਹੈ ਔਰ ਫਿਰ ਉਹ ਪੂਰੇ ਸਟੇਟ ਦੇ ਵਿੱਚ ਭੇਜਿਆ ਜਾਂਦਾ ਹੈ ਇਨਸੈਮੀਨੇਸ਼ਨ ਕਰਨ ਵਾਸਤੇ। ਹੁਣ ਆਪਾਂ ਗੱਲ ਕਰੀਏ, ਦੇਖੋ ਕਿਸੇ ਵੀ ਪਸ਼ੂ ਨੇ ਆਪਣੀ ਸਿਹਤ ਨੂੰ ਚੰਗਾ ਰੱਖਣਾ ਜਾਂ ਉਹਨੂੰ ਹਰੇਕ ਚਾਰੇ ਦੀ ਬਹੁਤ ਲੋੜ ਆ, ਜਾਂ ਅਸੀਂ ਕਹਿ ਲਈਏ ਸੰਤੁਲਿਤ ਖੁਰਾਕ ਦੀ ਬਹੁਤ ਲੋੜ ਆ। ਤੋ ਸੰਤੁਲਿਤ ਖੁਰਾਕ ਪਸ਼ੂਆਂ ਨੂੰ ਮਿਲੇ, ਵਿਭਾਗ ਇਹਦੇ ਸੰਬੰਧੀ ਸਾਡੇ ਕਿਸਾਨ ਵੀਰਾਂ ਨੂੰ ਕਿਹੋ ਜਿਹਾ ਉਪਰਾਲੇ ਕਰਨ ਲਈ ਕਹਿ ਰਿਹਾ ਹੈ, ਕਿਹੋ ਜਿਹਾ ਉਹਨਾਂ ਦੇ ਲਈ ਜਿਹੜਾ ਦੱਸ ਰਿਹਾ ਆ, ਕਿਹੋ ਜਿਹਾ ਗਿਆਨ ਦੇ ਰਿਹਾ? ਜਿਵੇਂ ਮੈਂ ਜ਼ਿਕਰ ਕੀਤਾ ਸੀਗਾ ਕਿ ਐਨੀਮਲ ਹਸਬੈਂਡਰੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੰਡ ਗਵਰਨਮੈਂਟ ਆਫ ਇੰਡੀਆ ਨੇ ਚਾਲੂ ਕੀਤਾ ਹੈ ਕੋਵਿਡ ਦੇ ਚੱਲਦੇ ਹੋਏ। ਇਸ ਫੰਡ ਜਿਹੜਾ ਪੂਰੇ ਭਾਰਤ ਵਾਸਤੇ 15,000 ਕਰੋੜ ਦਾ ਹੈਗਾ ਹੈ ਔਰ ਅਸੀਂ ਜਿਹੜਾ ਹੈ ਕੋਸ਼ਿਸ਼ ਕਰ ਰਹੇ ਹੈਗੇ ਆ, ਐਂਟਰਪ੍ਰੈਨਿਓਰਸ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਫੀਡ ਫੈਕਟਰੀਜ਼ ਜਿਹੜੀਆਂ ਹੈ ਉਹ ਲਗਾਈਆਂ ਜਾਣ। ਫੀਡ ਫੈਕਟਰੀਜ਼ ਦੇ ਨਾਲ ਹੋਰ ਵੀ ਕਈ ਕਿਸਮ ਦੇ ਅਸੀਂ ਚਾਹੁੰਦੇ ਹਾਂ ਕਿ ਕਦਮ ਚੁੱਕੇ ਜਾਣ, ਜਿਵੇਂ ਕਿ ਅਸੀਂ ਇੱਕ ਪਿਗਰੀ ਸਲੌਟਰ ਹਾਊਸ ਲਗਵਾਉਣਾ ਚਾਹੁੰਦੇ ਹਾਂ ਸੋ ਦੈਟ ਜਿਹੜੇ ਸਾਡੇ ਆਪਣੇ ਸੂਰ ਪਾਲਕ ਫਾਰਮਰ ਹੈਗੇ ਨੇ ਉਹਨਾਂ ਨੂੰ ਮਾਰਕੀਟਿੰਗ ਦੀ ਇੱਕ ਸੁਵਿਧਾ ਜਿਹੜੀ ਆ ਉਹ ਪ੍ਰਾਪਤ ਹੋ ਜਾਏ। ਤੋ ਇਹ ਜਿਹੜਾ ਮੈਂ ਫੰਡ ਦਾ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ, ਇਹਦੇ ਵਿੱਚ ਇਹ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਫੀਡ ਫੈਕਟਰੀਜ਼ ਜਿਹੜੀਆਂ ਹੈ ਉਹ ਲਗਵਾਈਆਂ ਜਾਣ ਜੀ। ਦੂਸਰੇ ਲੈਵਲ ਤੇ ਸਾਡੀ ਕੋਸ਼ਿਸ਼ ਹੈ ਕਿ ਸਾਡੇ ਵਿਭਾਗ ਦੇ ਵਿੱਚ ਇੱਕ ਫੋਡਰ ਵਿੰਗ ਹੈ, ਉਹਦੇ ਵਿੱਚ ਸਾਡੇ ਕੋਲ ਜ਼ਿਲ੍ਹਾ ਪੱਧਰ ਤੇ ਆਫੀਸਰਸ ਹੈਗੇ ਨੇ ਔਰ ਉਹ ਆਫੀਸਰਸ ਜਿਹੜੇ ਹੈਗੇ ਆ, ਮੈਂ ਹੁਣੇ ਉਹਨਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਕਿ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਉਹ ਇੱਕ ਡੈਮੋਨਸਟ੍ਰੇਸ਼ਨ ਫਾਰਮ ਜਿਹੜਾ ਹੈ ਉਹ ਕਾਇਮ ਕਰਨ ਜੀ। ਔਰ ਡੈਮੋਨਸਟ੍ਰੇਸ਼ਨ ਫਾਰਮ ਦਾ ਮਤਲਬ ਇਹ ਹੋਇਆ ਕਿ ਚੰਗਾ ਚਾਰਾ ਜਿਹੜਾ ਹੈ, ਹਰਾ ਚਾਰਾ, ਉਹ ਉੱਥੇ ਬੀਜਣ ਉਗਾਉਣ, ਉਹਦੇ ਨਾਲ ਹੀ ਨਾਲ ਇਹ ਜਿਹੜਾ ਹੈਗਾ ਚਾਰੇ ਵਾਸਤੇ ਬੀਜ ਤਿਆਰ ਜਿਹੜਾ ਹੈ ਉਹ ਵੀ ਕਰਨ ਔਰ ਇਹ ਜਿਹੜਾ ਹੈਗਾ ਇੱਕ ਡੈਮੋਨਸਟ੍ਰੇਸ਼ਨ ਦੀ ਤਰ੍ਹਾਂ ਤੇ ਕੰਮ ਕਰਨਾ ਚਾਹੀਦਾ ਹੈ। ਕਿਸਾਨ ਵੀਰ ਆ ਕੇ ਦੇਖਣਗੇ ਕਿ ਇੱਥੇ ਇਹ ਚੰਗਾ ਕੰਮ ਹੋਇਆ ਤੇ ਜੇ ਉਹਨਾਂ ਨੂੰ ਲੱਗੇਗਾ ਕਿ ਇਹ ਕੰਮ ਚੰਗਾ ਹੈਗਾ ਹੈ ਤਾਂ ਉਹ ਟੈਕਨੀਕਸ, ਉਹ ਪ੍ਰੈਕਟਿਸਿਸ ਉਹ ਅਡਾਪਟ ਕਰਨਗੇ ਤੇ ਉਹ ਚੰਗਾ ਚਾਰਾ ਜਿਹੜਾ ਹੈ ਤਿਆਰ ਕਰਵਾ ਸਕਣਗੇ। ਇਸ ਤੋਂ ਇਲਾਵਾ ਅਸੀਂ ਇੱਕ ਸਿਲੇਸ ਜਿਹੜਾ ਹੈਗਾ ਹੈ ਅਚਾਰ ਬਣਾਉਂਦੇ ਹੈਗੇ ਚਾਰੇ ਦਾ, ਉਹ ਜਿਹੜਾ ਹੈ ਕਿਸਾਨ ਵੀਰਾਂ ਨੂੰ ਉਹਦੇ ਬਾਰੇ ਜਾਣਕਾਰੀ ਦਿੰਦੇ ਹੈਗੇ ਔਰ ਕਿਸਾਨ ਵੀਰਾਂ ਦੀ ਮਦਦ ਕਰਦੇ ਹਾਂ ਕਿ ਉਹਨਾਂ ਨੂੰ ਉਹ ਐਸਟੈਬਲਿਸ਼ ਕਰਨ ਤਾਂ ਕਿ ਜਦੋਂ ਹਰੇ ਚਾਰੇ ਦਾ ਸੀਜ਼ਨ ਹੈ ਉਦੋਂ ਤਾਂ ਚਾਰਾ ਮਿਲ ਜਾਂਦਾ ਹੈ, ਕੋਈ ਦਿੱਕਤ ਨਹੀਂ ਹੈ, ਬਟ ਜਦੋਂ ਆਫ ਸੀਜ਼ਨ ਹੁੰਦਾ ਹੈ ਉਸ ਆਫ ਸੀਜ਼ਨ ਦੇ ਵਿੱਚ ਵੀ ਕਿਸਾਨ ਵੀਰਾਂ ਦੇ ਪਸ਼ੂਆਂ ਨੂੰ ਜਿਹੜਾ ਹੈ ਚਾਰਾ ਮਿਲ ਸਕੇ। ਆਪਾਂ ਇੱਥੇ ਗੱਲ ਕਰੀਏ ਜਸਪਾਲ ਸਿੰਘ ਜੀ, ਪਸ਼ੂ ਧਨ ਦੇ ਨਾਲ ਨਾਲ ਹੋਰ ਕਿਹੜੇ ਸਹਾਇਕ ਕਿੱਤੇ ਨੇ ਜਿਹੜੇ ਤੁਹਾਡੇ ਵਿਭਾਗ ਦੇ ਵਿੱਚ ਆਉਂਦੇ ਨੇ, ਜਿਹੜੇ ਅਪਣਾ ਕੇ ਸਾਡੇ ਕਿਸਾਨ ਵੀਰ ਆਪਣੀ ਆਮਦਨ ਨੂੰ ਹੋਰ ਅੱਗੇ ਵਧਾ ਸਕਦੇ ਨੇ 2022 ਤੱਕ ਜੇ ਆਪਾਂ ਗੱਲ ਕਰੀਏ? ਹੁਣ ਤੱਕ ਜਿਹੜੀ ਅਸੀਂ ਗੱਲਬਾਤ ਕੀਤੀ ਹੈ ਉਹਦਾ ਜਿਹੜਾ ਫੋਕਸ ਸੀਗਾ ਉਹ ਰਿਹਾ ਹੈ ਪਸ਼ੂ ਧਨ ਦਾ। ਮੇਰਾ ਮਤਲਬ ਮੱਝ ਅਤੇ ਗਾਂ ਦਾ ਜੀ। ਮੱਝ ਤੇ ਗਾਂ ਤੋਂ ਇਲਾਵਾ ਵੀ ਅਸੀਂ ਡਿਪਾਰਟਮੈਂਟ ਵੱਲੋਂ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਾਂ ਕਿ ਕਿਸਾਨ ਵੀਰ ਇਹੋ ਜਿਹੇ ਸਹਾਇਕ ਧੰਦੇ ਵੀ ਅਪਣਾਉਣ। ਇਹਦੇ ਵਿੱਚ ਖਾਸ ਤੌਰ ਤੇ ਅੱਜ ਜਿਹੜਾ ਉੱਭਰ ਕੇ ਧੰਦਾ ਆ ਰਿਹਾ ਹੈਗਾ ਹੈ ਉਹ ਹੈ ਸੂਰ ਪਾਲਣ ਦਾ। ਸੂਰ ਇੱਕ ਅਜਿਹੀ ਕਿਸਮ ਹੈ ਜਾਨਵਰ ਦੀ ਜਿਹੜਾ ਬਹੁਤ ਜਲਦੀ ਜਿਹੜਾ ਹੈ ਉਹ ਡਿਵੈਲਪ ਹੁੰਦਾ ਹੈ ਔਰ ਕਿਸਾਨ ਵੀਰ ਜਦੋਂ ਇਹ ਸੂਰ ਪਾਲਦੇ ਨੇ ਤਾਂ ਉਹ ਬਹੁਤ ਜਲਦੀ ਉਹਨਾਂ ਨੂੰ ਫਾਇਦੇ ਜਿਹੜੇ ਹੈ ਇਹਦੇ ਮਿਲਦੇ ਹੈਗੇ ਨੇ। ਤੋ ਇਸ ਕੰਮ ਵਾਸਤੇ ਸਾਡੀ ਕੋਸ਼ਿਸ਼ ਹੈਗੀ ਆ ਕਿ ਅਸੀਂ ਫਾਰਮ ਜਿਹੜੇ ਹੈ ਉਹ ਵੱਖ-ਵੱਖ ਜਗ੍ਹਾ ਤੇ ਸਥਾਪਿਤ ਕੀਤੇ ਹੋਏ ਨੇ, ਜਿਵੇਂ ਹੁਸ਼ਿਆਰਪੁਰ ਦੇ ਵਿੱਚ ਫਾਰਮ ਹੈ, ਨਾਭੇ ਦੇ ਵਿੱਚ ਫਾਰਮ ਹੈ। ਇਹਨਾਂ ਫਾਰਮਸ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹਦੇ ਜਿਹੜੀਆਂ ਸੂਰ ਦੀਆਂ ਚੰਗੀਆਂ ਕਿਸਮਾਂ ਨੇ ਉਹਨਾਂ ਨੂੰ ਡਿਵੈਲਪ ਕੀਤਾ ਜਾਵੇ ਔਰ ਉਹਨਾਂ ਨੂੰ ਪੰਜਾਬ ਦੇ ਵਿੱਚ ਭੇਜਿਆ ਜਾਵੇ, ਕਿਸਾਨ ਵੀਰ ਉਹਦਾ ਫਾਇਦਾ ਲੈ ਸਕਣ। ਮੈਨੂੰ ਤੁਹਾਡੇ ਨਾਲ ਇਹ ਸਾਂਝਾ ਕਰਦੇ ਹੋਏ ਬੜੀ ਖੁਸ਼ੀ ਹੈ ਕਿ ਹੁਣੇ ਭਾਰਤ ਸਰਕਾਰ ਨੇ ਕੁਝ ਸੂਰ ਜਿਹੜੇ ਹੈਗੇ ਹੈ ਉਹ ਬਾਹਰੋਂ ਇੰਪੋਰਟ ਕੀਤੇ ਸੀਗੇ ਯੂਕੇ ਤੋਂ। ਉਹ ਸੂਰ ਜਿਹੜੇ ਹੈਗੇ ਆ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਬੇਨਤੀ ਕੀਤੀ ਕਿ ਤੁਸੀਂ ਇਹ ਸਾਨੂੰ ਦੇ ਦਿਓ, ਅਸੀਂ ਇੱਥੇ ਰੱਖਾਂਗੇ। ਉਹਦੇ ਪ੍ਰੋਬਲਮ ਸੀ, ਉਹ ਐਕਚੁਅਲੀ ਤਾਂ ਨਾਗਾਲੈਂਡ ਵਾਸਤੇ ਸੀਗੇ ਲੇਕਿਨ ਉਧਰ ਕੋਈ ਬਿਮਾਰੀ ਚੱਲ ਰਹੀ ਸੀ ਤੇ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਬੇਨਤੀ ਕੀਤੀ ਕਿ ਤੁਸੀਂ ਇਹ ਸਾਨੂੰ ਦੇ ਦਿਓ, ਅਸੀਂ ਇਹਨਾਂ ਦੀ ਸਾਂਭ ਸੰਭਾਲ ਕਰਾਂਗੇ ਔਰ ਉਹਨਾਂ ਦੇ ਨਾਲ ਅਸੀਂ ਜਿਹੜਾ ਹੈ ਇਹ ਇੱਕ ਐਗਰੀਮੈਂਟ ਕੀਤਾ ਹੋ ਉਹ ਹੈ ਕਿ ਪਹਿਲਾ ਜਿਹੜਾ ਪੂਰ ਹੋਏਗਾ ਉਹਨਾਂ ਦੇ ਬੱਚਿਆਂ ਦਾ ਉਹਦੇ ਵਿੱਚੋਂ 50% ਜਿਹੜੇ ਆ ਅਸੀਂ ਰੱਖਾਂਗੇ ਪੰਜਾਬ ਦੇ ਵਿੱਚ
ਤੇ ਇਹਦੇ ਨਾਲ ਸਾਨੂੰ ਬਹੁਤ ਵੱਡਾ ਫਾਇਦਾ ਹੋਊਗਾ ਸਾਡੇ ਕਿਸਾਨ ਵੀਰਾਂ ਨੂੰ ਕਿ ਬਹੁਤ ਵਧੀਆ ਕਿਸਮ ਦੇ ਸੂਰ ਜਿਹੜੇ ਹੈਗੇ ਆ ਉਹਨਾਂ ਨੂੰ ਉਹ ਮੁਹੱਈਆ ਹੋ ਜਾਣਗੇ। ਔਰ ਮੈਂ ਸਮਝਦਾ ਕਿ ਕਿਸਾਨ ਵੀਰ ਜਿਹੜੇ ਹੈ ਇਹ ਬਹੁਤ ਅੱਛਾ ਲਾਭ ਪ੍ਰਾਪਤ ਕਰਨਗੇ। ਜਿਵੇਂ ਮੈਂ ਜ਼ਿਕਰ ਕਰਨਾ ਚਾਹੁੰਦਾ ਸੀਗਾ ਕਿ ਸਾਡੇ ਕੋਲ ਮੱਤੇਵਾੜਾ ਦੇ ਵਿੱਚ ਕੁਝ ਫਾਰਮਸ ਹੈਗੇ ਨੇ। ਉੱਥੇ ਜਿਵੇਂ ਮੈਂ ਮੱਝ ਦੇ ਫਾਰਮ ਦਾ ਜ਼ਿਕਰ ਕੀਤਾ ਸੀ, ਮੱਝ ਦਾ ਫਾਰਮ ਉੱਥੇ ਹੈ, ਇਸ ਤੋਂ ਇਲਾਵਾ ਬੱਕਰੀਆਂ ਦਾ ਫਾਰਮ ਹੈ ਉੱਥੇ ਵਗੈਰਾ ਵਗੈਰਾ। ਤੇ ਅਸੀਂ ਇੱਕ ਪ੍ਰੋਜੈਕਟ ਮਨਜ਼ੂਰ ਕਰਵਾਇਆ ਹੈ। ਉਹ ਪ੍ਰੋਜੈਕਟ ਹੋਏਗਾ ਸੂਰਾਂ ਦਾ ਜਿਹੜਾ ਹੈ ਉਹ ਇੱਕ ਸਲਾਟਰ ਹਾਊਸ ਬਣਾਇਆ ਜਾਊਗਾ ਤੇ ਕਿਸਾਨ ਵੀਰ ਜਿਹੜੇ ਹੈਗੇ ਹੈ ਉੱਥੇ ਆਪਣੇ ਸਲਾਟਰ ਕਰਵਾ ਸਕਣਗੇ ਔਰ ਸਲਾਟਰ ਕਰਵਾਉਣ ਤੋਂ ਬਾਅਦ ਉਹਦੀ ਪੈਕਿੰਗ ਵਗੈਰਾ ਕਰਕੇ ਫਿਰ ਉਹ ਮਾਰਕੀਟ ਦੇ ਵਿੱਚ ਭੇਜ ਸਕਣਗੇ। ਇਹ ਜਿਹੜਾ ਪ੍ਰੋਜੈਕਟ ਹੋਏਗਾ ਇਹ ਸਾਡੀ ਕੋਸ਼ਿਸ਼ ਹੈਗੀ ਆ ਕਿ PAIC ਪੰਜਾਬ ਐਗਰੋ ਇੰਡਸਟਰੀ ਦੇ ਨਾਲ ਮਿਲ ਕੇ ਲਗਵਾਇਆ ਜਾਵੇ। ਇਹਦੇ ਵਿੱਚ ਕਿਸਾਨ ਵੀਰਾਂ ਦਾ ਵੀ ਰੋਲ ਹੋਏਗਾ, ਉਹ ਡਾਇਰੈਕਟਲੀ ਇਹਦੇ ਵਿੱਚ ਪਾਰਟਿਸਿਪੇਟ ਕਰਨਗੇ। ਔਰ PAIC ਦੇ ਨਾਲ ਜਿਹੜਾ ਅਸੀਂ ਟਾਈ ਅਪ ਕਰਨਾ ਚਾਹੁੰਦੇ ਹੈਗੇ ਆ, ਉਹਦਾ ਇੱਕ ਖਾਸ ਪਰਪਸ ਇਹ ਹੈਗਾ ਹੈ ਕਿ PAIC ਦੀ ਇੱਕ ਆਪਣਾ ਛੋਟਾ ਅਦਾਰਾ ਹੈ ਪੈਗਰੈਕਸੋ ਕਰਕੇ। ਉਹ ਅਦਾਰਾ ਜਿਹੜਾ ਹੈਗਾ ਹੈ ਐਕਸਪੋਰਟ ਵੀ ਕਰਦਾ ਹੈਗਾ ਹੈ ਔਰ ਇਹਦੇ ਨਾਲ ਸਾਨੂੰ ਵੱਡਾ ਫਾਇਦਾ ਇਹ ਹੋਊਗਾ ਕਿਸਾਨ ਵੀਰਾਂ ਨੂੰ ਕਿ ਜਿਹੜਾ ਮੀਟ ਪੋਰਕ ਜਿਹੜਾ ਤਿਆਰ ਕੀਤਾ ਜਾਊਗਾ, ਪੈਕ ਕੀਤਾ ਜਾਊਗਾ, ਉਹ ਐਕਸਪੋਰਟ ਵੀ ਹੋ ਸਕੂਗਾ। ਔਰ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਵੱਡਾ ਫਾਇਦਾ ਜਿਹੜਾ ਕਿਸਾਨ ਵੀਰਾਂ ਨੂੰ ਹੋਊਗਾ। ਬਿਲਕੁਲ ਜਸਪਾਲ ਸਿੰਘ ਜੀ, ਆਪਾਂ ਮੱਛੀ ਪਾਲਣ ਤੇ ਵੀ ਗੱਲ ਕਰੀਏ ਜ਼ਰੂਰ, ਕਿਉਂਕਿ ਆਪਾਂ ਸੂਰ ਪਾਲਣ ਤੇ ਮੱਝਾਂ ਗਾਵਾਂ ਦੇ ਉੱਤੇ ਗੱਲਾਂ ਕੀਤੀਆਂ, ਕਿਉਂਕਿ ਵਿਭਾਗ ਦੀ ਇੱਕ ਇਹ ਵੀ ਸਕੀਮ ਹੈ ਮੱਛੀ ਪਾਲਣ ਦੀ ਵੀ। ਥੋੜਾ ਜਿਹਾ ਇਹਦੇ ਸੰਬੰਧੀ ਵੀ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਕਿਸ ਤਰ੍ਹਾਂ ਅਸੀਂ ਇਸ ਕਿੱਤੇ ਵੱਲ ਮੁੜ ਸਕਦੇ ਹਾਂ। ਜਹਾਨ ਸਾਹਿਬ, ਮੱਛੀ ਪਾਲਣ ਤੇ ਆਉਣ ਤੋਂ ਪਹਿਲਾਂ ਮੈਂ ਇੱਕ ਹੋਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੂੰਗਾ। ਦੋ ਚੀਜ਼ਾਂ ਹੋਰ ਅਸੀਂ ਕਰਦੇ ਹੈਗੇ ਆ, ਬੱਕਰੀਆਂ ਔਰ ਸ਼ੀਪ ਜਿਹੜੀਆਂ ਹੈਗੀਆਂ ਇਹਨਾਂ ਨੂੰ ਪਾਲਣ ਦਾ ਧੰਦਾ ਜਿਹੜਾ ਹੈ ਉਹ ਵੀ ਲਾਹੇਵੰਦ ਹੈ। ਸਾਡੇ ਕੋਲ ਵੱਖ-ਵੱਖ ਫਾਰਮ ਨੇ ਜਿੱਥੇ ਅਸੀਂ ਇਹਨਾਂ ਦੀਆਂ ਚੰਗੀਆਂ ਨਸਲਾਂ ਤਿਆਰ ਕਰਨ ਦੀ ਕਾਰਵਾਈ ਕਰਦੇ ਹੈਗੇ ਆ। ਪਟਿਆਲੇ ਦੇ ਵਿੱਚ ਕੁੱਲੇ ਮਾਜਰਾ ਦੇ ਵਿੱਚ ਜਿਵੇਂ ਸਾਡਾ ਫਾਰਮ ਹੈਗਾ ਹੈ, ਜਿਵੇਂ ਮੈਂ ਹੋਰ ਵੀ ਜ਼ਿਕਰ ਕੀਤਾ ਮੱਤੇਵਾੜਾ ਹੈ, ਉਧਰ ਪਠਾਨਕੋਟ ਦੇ ਵਿੱਚ ਵੀ ਫਾਰਮ ਹੈਗਾ ਹੈ। ਇਹਨਾਂ ਫਾਰਮਾਂ ਤੇ ਅਸੀਂ ਜਿਹੜੀਆਂ ਬੱਕਰੀ ਦੀਆਂ ਚੰਗੀਆਂ ਨਸਲਾਂ ਜਿਹੜੀਆਂ ਪੈਦਾ ਕਰਕੇ ਔਰ ਸਬਸਿਡਾਈਜ਼ਡ ਰੇਟਸ ਤੇ ਕਿਸਾਨ ਵੀਰਾਂ ਨੂੰ ਜਿਹੜਾ ਹੈ ਉਹ ਪ੍ਰੋਵਾਈਡ ਕਰਦੇ ਹੈਗੇ ਆ ਤਾਂ ਕਿ ਜਿਹੜੇ ਕਿਸਾਨ ਵੀਰ ਬੱਕਰੀ ਪਾਲਣ ਦਾ ਜਾਂ ਭੇਡ ਪਾਲਣ ਦਾ ਧੰਦਾ ਕਰਨਾ ਚਾਹੁੰਦੇ ਨੇ ਉਹ ਵੀ ਲਾਭ ਪ੍ਰਾਪਤ ਕਰ ਸਕਣ। ਸੋ ਹੁਣ ਮੈਂ ਆਉਣਾ ਜਿਹੜੀ ਤੁਸੀਂ ਗੱਲ ਕੀਤੀ ਹੈ ਮੱਛੀ ਪਾਲਣ ਧੰਦੇ ਦੀ। ਸੋ ਜਿਵੇਂ ਮੈਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਕਿਹੜੀਆਂ ਸਕੀਮਾਂ ਜਿਹੜੀਆਂ ਹੈ ਉਹ ਮਹੱਤਵਪੂਰਨ ਹੈਗੀਆਂ ਨੇ। ਉਹਨਾਂ ਦੇ ਵਿੱਚ ਇੱਕ ਸਕੀਮ ਇਹ ਹੈਗੀ ਹੈ ਪ੍ਰਧਾਨ ਮੰਤਰੀ ਮਤस्य ਸੰਪਦਾ ਯੋਜਨਾ। ਇਸ ਯੋਜਨਾ ਦਾ ਪਰਪਸ ਇਹ ਹੈਗਾ ਕਿ ਮੱਛੀ ਪਾਲਣ ਦਾ ਜਿਹੜਾ ਧੰਦਾ ਹੈ ਇਹਦਾ ਭਰਪੂਰ ਵਿਕਾਸ ਕੀਤਾ ਜਾਵੇ ਜੀ। ਤੇ ਮੈਨੂੰ ਇਹ ਦੱਸਦੇ ਹੋਏ ਤੁਹਾਨੂੰ ਬੜੀ ਖੁਸ਼ੀ ਹੈ, ਕਿਸਾਨ ਵੀਰਾਂ ਨੂੰ ਦੱਸਦੇ ਹੋਏ ਬੜੀ ਖੁਸ਼ੀ ਹੈ ਕਿ ਪੰਜਾਬ ਦੇ ਵਿੱਚ ਮੱਛੀ ਪਾਲਣ ਦਾ ਧੰਦਾ ਜਿਹੜਾ ਹੈ ਉਹ ਵੀ ਕਾਫੀ ਹੁਣ ਤਰੱਕੀ ਕਰ ਰਿਹਾ ਹੈਗਾ ਹੈ। ਬਿਲਕੁਲ ਜੀ। ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜਿਹੜਾ ਲੈਂਡ ਹੈ ਪੰਜਾਬ ਦੇ ਵਿੱਚ ਉਹ ਕਾਫੀ ਮਹਿੰਗੀ ਹੈਗੀ ਹੈ ਤੇ ਆਮ ਤੌਰ ਤੇ ਦੇਖਿਆ ਗਿਆ ਕਿ ਕਿਸਾਨ ਵੀਰ ਮਹਿੰਗੀ ਵਾਲੀ ਜਿਹੜੀ ਕਿਸਮ ਦੀ ਹੈਗੀ ਭੂਮੀ ਹੈਗੀ ਆ ਉਹਦੇ ਵਿੱਚ ਮੱਛੀ ਪਾਲਣ ਦਾ ਧੰਦਾ ਕਰਨ ਤੋਂ ਥੋੜਾ ਕੁਤਰਾਉਂਦੇ ਨੇ ਜੀ। ਵਿਭਾਗ ਕਿਸਾਨ ਵੀਰਾਂ ਨੂੰ ਇਹ ਜਾਣਕਾਰੀ ਦਿੰਦਾ ਹੈ ਕਿ ਮੱਛੀ ਪਾਲਣ ਦਾ ਜਿਹੜਾ ਧੰਦਾ ਹੈ ਇਹ ਇੱਕ ਬਹੁਤ ਹੀ ਲਾਭਦਾਇਕ ਧੰਦਾ ਹੈ ਔਰ ਇਹਦੇ ਵਿੱਚ ਬਹੁਤ ਚੰਗੀ ਫਸਲ ਉਗਾਉਣ ਦੇ ਬਰਾਬਰ ਜਾਂ ਉਸ ਤੋਂ ਵੀ ਵੱਧ ਜਿਹੜੀ ਹੈ ਉਹ ਖੇਤੀ ਫਾਇਦਾ ਜਿਹੜਾ ਹੈ ਉਹ ਪ੍ਰਾਪਤ ਕੀਤਾ ਜਾ ਸਕਦਾ ਹੈਗਾ। ਖਾਸ ਤੌਰ ਤੇ ਉਹ ਇਲਾਕੇ ਜਿੱਥੇ ਜਿਹੜੀ ਲੈਂਡ ਹੈਗੀ ਹੈ ਉਹ ਇੰਨੀ ਉਪਜਾਊ ਨਹੀਂ ਹੈਗੀ ਹੈ, ਜਿਵੇਂ ਕਿ ਸਾਡੇ ਕੋਲ ਕੁਝ ਇਲਾਕੇ ਨੇ ਜਿੱਥੇ ਜਿਹੜਾ ਹੈਗਾ ਹੈ ਪਾਣੀ ਜਿਹੜਾ ਹੈ ਸੇਮ ਜਿਹੜੀ ਆ ਉਹ ਆ ਜਾਂਦੀ ਹੈਗੀ ਹੈ ਤੇ ਉੱਥੇ ਫਿਰ ਖੇਤੀ ਨਹੀਂ ਕੀਤੀ ਜਾ ਸਕਦੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਵਿਭਾਗ ਵੱਲੋਂ ਕਿ ਇਹੋ ਜਿਹੇ ਇਲਾਕੇ ਜਿਹੜੇ ਹੈਗੇ ਆ ਉਹਦੇ ਵਿੱਚ ਕਿਸਾਨ ਵੀਰਾਂ ਨੂੰ ਜਿਹੜਾ ਹੈ ਉਹ ਭਰਪੂਰ ਜਾਣਕਾਰੀ ਦੇ ਕੇ ਉਹਨਾਂ ਦੀ ਮਦਦ ਕਰਕੇ ਜਿਹੜਾ ਮੱਛੀ ਪਾਲਣ ਦਾ ਧੰਦਾ ਹੈ ਇਹਦੇ ਵਿੱਚ ਵਾਧਾ ਕੀਤਾ ਜਾਵੇ। ਇਸ ਤੋਂ ਇਲਾਵਾ ਇੱਕ ਖਾਸ ਤੌਰ ਤੇ ਮੈਂ ਜ਼ਿਕਰ ਕਰਨਾ ਚਾਹੂੰਗਾ ਕਿ ਸ਼੍ਰਿੰਪ ਵੈਰਾਈਟੀ ਹੈ ਜਿਹੜੀ ਕਿ ਕੋਸਟਲ ਏਰੀਆਜ਼ ਦੇ ਵਿੱਚ ਜ਼ਿਆਦਾ ਹੁੰਦੀ ਹੈ। ਇਹਨੂੰ ਕੋਸਟਲ ਏਰੀਆ ਦੇ ਵਿੱਚ ਹੋਣ ਕਰਕੇ ਇਹਨੂੰ ਜਿਹੜਾ ਹੈਗਾ ਹੈ ਇਹ ਸਲਾਈਨ ਵਾਟਰ ਜਿਹੜਾ ਹੈ ਉਹਦੀ ਜ਼ਰੂਰਤ ਹੁੰਦੀ ਹੈ ਔਰ ਸਾਡੇ ਵੀ ਜਿਹੜਾ ਹੈ ਸਾਊਥ ਦਾ ਪਾਰਟ ਹੈ ਜਿਹੜਾ ਮਾਲਵਾ ਰੀਜਨ ਹੈ
ਪੰਜਾਬ ਦਾ ਮੁਕਤਸਰ ਮਲੋਟ ਬੋਹਰ ਉਧਰ ਹਾਂਜੀ, ਸੇਮ ਦਾ ਇਲਾਕਾ ਹੈ ਉਹ ਸੇਮ ਦਾ ਇਲਾਕਾ ਵੀ ਹੈ ਤੇ ਉੱਥੇ ਗਰਾਊਂਡ ਵਾਟਰ ਜਿਹੜਾ ਹੈ ਉਹ ਸਲਾਈਨ ਉਹ ਵੀ ਹੈਗਾ saline ਹੈ ਹੈ ਜੀ। ਤੇ ਇਸ ਕਰਕੇ ਇਹ ਵਾਲਾ ਜਿਹੜਾ ਹੈਗਾ ਹੈ ਜਿਹੜਾ ਧੰਦਾ ਹੈ ਉੱਥੇ ਬਹੁਤ ਚੰਗਾ ਹੋ ਸਕਦਾ ਹੈਗਾ ਹੈ। ਔਰ ਮੈਨੂੰ ਇਹ ਦੱਸਦੇ ਖੁਸ਼ੀ ਹੈ ਕਿ 500 ਏਕੜ ਤੱਕ ਹੈਕਟੇਅਰ ਤੱਕ ਜਿਹੜਾ ਹੈ ਇਹ ਕਿਸਾਨਾਂ ਨੇ ਸ਼ਰਿੰਪ ਜਿਹੜੀ ਹੈ ਉਹਦੇ ਪੌਂਡਸ ਲਗਾਏ ਨੇ ਔਰ ਬਹੁਤ ਅੱਛਾ ਇਹਦੇ ਵਿੱਚ ਫਾਇਦਾ ਉਹਨਾਂ ਨੂੰ ਮਿਲਦਾ ਹੈ। ਬਿਲਕੁਲ ਜਸਪਾਲ ਸਿੰਘ ਜੀ, ਦੇਖੋ ਗੱਲ ਇਹ ਹੈ, ਕੋਈ ਵੀ ਕਿੱਤਾ, ਆਪਾਂ ਕਾਫੀ ਸਾਰੇ ਕਿੱਤੇ ਕਿਸਾਨ ਵੀਰਾਂ ਨੂੰ ਤੁਹਾਡੇ ਵਿਭਾਗ ਦੇ ਦੱਸੇ ਨੇ, ਇਹ ਤਾਂ ਹੀ ਸ਼ੁਰੂ ਕਰ ਸਕਦਾ, ਕਈ ਵਾਰੀ ਕਿਸਾਨ ਵੀਰਾਂ ਦੀ ਜੇਬ 'ਚ ਕੋਈ ਪੈਸਾ ਨਹੀਂ ਹੈ ਜੀ, ਕੀ ਉਹਨਾਂ ਨੂੰ ਕੋਈ ਲੋਨ, ਕੋਈ ਉਹਨਾਂ ਨੂੰ ਉਪਦਾਨ, ਸਬਸਿਡੀ ਆਪਾਂ ਗੱਲ ਕਰੀਏ, ਕੀ ਉਹਨਾਂ ਨੂੰ ਮਿਲਦੀ ਹੈ ਤੁਹਾਡੇ ਵਿਭਾਗ ਵੱਲੋਂ ਕਿਸੇ ਵੀ ਕਿੱਤੇ ਧੰਦੇ ਨੂੰ ਸ਼ੁਰੂ ਕਰਨ ਦੇ ਲਈ, ਤਾਂ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਕੇ ਆਤਮ ਨਿਰਭਰ ਹੋ ਸਕਣ? ਜੀ, ਜਿਹੜਾ ਮੱਛੀ ਪਾਲਕ ਕਿਸਾਨ ਵੀਰ ਨੇ ਉਹਨਾਂ ਵਾਸਤੇ ਨਵੀਂ ਸਕੀਮ ਜਿਹੜੀ ਮੈਂ ਜਿਵੇਂ ਦੱਸਿਆ ਸੀਗਾ ਕਿ ਪ੍ਰਧਾਨ ਮੰਤਰੀ ਮਤस्य ਸੰਪਦ ਯੋਜਨਾ ਜਿਹੜੀ ਹੈ ਉਹ ਲਾਗੂ ਹੋਈ ਹੈ। ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕੰਪੋਨੈਂਟ ਹੈਗੇ ਨੇ, ਜਿਵੇਂ ਕਿ ਜਿਹੜਾ ਇਨਫਰਾਸਟ੍ਰਕਚਰ ਹੈ ਉਹਨੂੰ ਡਿਵੈਲਪ ਕਰਨਾ ਹੈ, ਜਿਵੇਂ ਪੌਂਡ ਵਗੈਰਾ ਡਿਵੈਲਪ ਕਰਨਾ ਹੈਗਾ ਹੈ, ਤੇ ਉਹਦੇ ਵਿੱਚ ਅਸੀਂ ਇਹ ਜਿਹੜਾ ਹੈਗਾ ਹੈ ਕਿਸਾਨ ਵੀਰਾਂ ਨੂੰ ਫਾਈਨੈਂਸ਼ੀਅਲ ਏਡ ਜਿਹੜਾ ਸਬਸਿਡੀ ਦੇ ਤੌਰ ਤੇ ਵੀ ਦੇਵਾਂਗੇ। ਇਹ ਸਕੀਮ ਪਹਿਲੇ ਸਾਲ ਐਰਕਾ ਲਾਗੂ ਹੋਣੀ ਹੈ। ਅਸੀਂ ਆਪਣੀ ਪ੍ਰਪੋਜ਼ਲ ਜਿਹੜੀ ਹੈਗੀ ਹੈ ਉਹ ਬਣਾ ਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਦਿੱਤੀ ਹੈਗੀ ਹੈ। 135 ਕਰੋੜ ਦੀ ਅਸੀਂ ਪ੍ਰਪੋਜ਼ਲ ਜਿਹੜੀ ਹੈ ਤਿਆਰ ਕਰਕੇ ਭੇਜੀ ਹੈ ਔਰ ਉਹ ਮੇਰੇ ਹਿਸਾਬ ਦੇ ਨਾਲ ਜਲਦੀ ਹੀ ਜਿਹੜੀ ਹੈ ਤਿਆਰ ਹੋ ਜਾਊ, ਆਪਣੇ ਪ੍ਰਪੋਜ਼ਲ ਜਿਹੜੀ ਅਪਰੂਵ ਹੋ ਜਾਊਗੀ ਔਰ ਉਹ ਅਪਰੂਵ ਹੋਣ ਤੋਂ ਬਾਅਦ ਅਸੀਂ ਇਹ ਸਬਸਿਡੀ ਦੇਣ ਦਾ ਕੰਮ ਜਿਹੜਾ ਹੈ ਜਾਰੀ ਕਰ ਦੇਵਾਂਗੇ। ਬਿਲਕੁਲ ਸਰਦਾਰ ਜਸਪਾਲ ਸਿੰਘ ਜੀ, ਬਹੁਤ ਵਧੀਆ ਤੁਸੀਂ ਜਾਣਕਾਰੀ ਸਾਡੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਦਿੱਤੀ ਹੈ। ਆਤਮ ਨਿਰਭਰ ਵੱਲ ਕਿਸ ਤਰ੍ਹਾਂ ਕਦਮ ਉਹ ਵੀ ਵਧਾ ਸਕਦੇ ਆ ਤੇ ਆਪਣੇ ਆਪ ਕਿਵੇਂ ਪੈਰਾਂ ਤੇ ਆਪਣੇ ਸਟੈਂਡ ਹੋ ਸਕਦੇ ਆ, ਇੰਨੀ ਜਾਣਕਾਰੀ ਦਿੱਤੀ ਹੈ। ਮੈਂ ਉਮੀਦ ਰੱਖਦਾ ਸਾਡੇ ਕਿਸਾਨ ਵੀਰ ਤੁਹਾਡੇ ਦੱਸੇ ਨੁਕਤਿਆਂ ਤੋਂ ਕਾਫੀ ਜਿਹੜਾ ਪ੍ਰੋਤਸਾਹਿਤ ਹੋਣਗੇ ਅਤੇ ਉਹ ਆਪਣਾ ਜਿਹੜਾ ਕੰਮ ਆ ਉਹ ਖੋਲ੍ਹਣ ਦੀ ਕੋਸ਼ਿਸ਼ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਕਿ ਉਹਨਾਂ ਦੀ ਆਮਦਨ ਜਿਹੜੀ 2022 ਦੇ ਵਿੱਚ ਦੁੱਗਣੀ ਹੋਵੇ। ਸੋ ਤੁਹਾਡਾ ਇੰਨੀ ਜਾਣਕਾਰੀ ਦੇਣ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ। ਬਹੁਤ ਬਹੁਤ ਧੰਨਵਾਦ ਜੀ। ਮੈਂ ਵੀ ਆਸ ਕਰਦਾ ਕਿ ਕਿਸਾਨ ਵੀਰ ਜਿਹੜਾ ਹੈ ਸਹਾਇਕ ਧੰਦਿਆਂ ਵੱਲ ਕਦਮ ਅੱਗੇ ਵਧਾਉਣਗੇ ਔਰ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਨੇ ਉਹਦਾ ਭਰਪੂਰ ਫਾਇਦਾ ਲੈਣਗੇ। बहुत बहुत धन्यवाद। प्रकृति गजब की ताकत है इसमें। बारिश की रिमझिम फुहारों को ही लीजिए, जब सही समय पर मिट्टी पर गिरें तो खेतों में किसान की मेहनत रंग लाती है। लेकिन वही बारिश बेमौसम हो जाए तो फिर तबाही का मंजर दिखाती है। लेकिन क्यों रहे किसान के घर की खुशियां प्रकृति पर निर्भर, जब बन सकता है वो आत्मनिर्भर। किसानों को प्राकृतिक आपदाओं की वजह से फसली नुकसान होने की स्थिति को ध्यान में रखते हुए भारत सरकार ने 2016 में प्रधानमंत्री फसल बीमा योजना की घोषणा की। इस बीमा योजना का उद्देश्य विभिन्न प्रकार की प्राकृतिक आपदाओं जैसे ओले गिरना, जल भराव, बाढ़ का आना, बादल फटना, प्राकृतिक रूप से आग लग जाना, भूस्खलन, चक्रवाती तूफान, बेमौसम बारिश, फसल की बीमारियां, आकाशीय बिजली, कीटों के हमले वगैरह से होने वाले नुकसान की स्थिति में किसानों को वित्तीय सहायता प्रदान करना है। इस बीमा योजना के अंतर्गत फसल की विभिन्न अवस्थाओं को शामिल किया गया है, यानी पूरे फसल चक्र का सुरक्षा कवच। जिस दिन फसल काटकर खेत में सुखाने के लिए फैलाई, उसके अगले ही दिन मूसलाधार बारिश हो गई, सारी उपज बर्बाद हो गई। लेकिन ये तो अच्छा था कि मैंने फसल का बीमा करा रखा था, मैं नुकसान से बच गया और क्लेम की रकम भी मुझे आसानी से मिल गई। सारा भुगतान मेरे बैंक अकाउंट में हो गया। प्रधानमंत्री फसल बीमा योजना बहुत ही लाभकारी है और इसकी प्रक्रिया बहुत ही सरल है। पहली बात तो ये समझिए कि अगर आप अधिसूचित फसलों की खेती करने वाले किसान हैं, तो आप फसल बीमा के लिए पात्र हैं। इसमें काश्तकार किसान और बटाईदार सहित सभी किसान शामिल हैं। अनाज, दलहन, तिलहन और कुछ वार्षिक वाणिज्यिक फसलों को PMFBY के अंतर्गत कवर किया जाता है। ये दुनिया की तीसरी सबसे बड़ी और कामयाब फसल बीमा योजना है।
केंद्र सरकार और राज्य सरकारों के अलावा 18 बीमा कंपनियां, 540 बैंक तथा 45,000 जन सेवा केंद्र प्रधानमंत्री फसल बीमा योजना को किसानों तक पहुंचाने में कार्यरत हैं। इस योजना में प्रीमियम कम होने के कारण सभी स्तर के किसान इसका लाभ ले सकते हैं। खरीफ फसलों के लिए बीमित राशि का 2% प्रीमियम, रबी फसलों के लिए बीमित राशि का 1.5% प्रीमियम और बागवानी एवं वाणिज्यिक फसलों के लिए 5% प्रीमियम है। किसानों के लिए ये योजना कितनी लाभदायक है, इस बात का अंदाजा इससे ही लगाया जा सकता है कि 2016 में योजना की शुरुआत के बाद पहले 3 सालों में किसानों ने प्रीमियम के रूप में 13,000 करोड़ रुपए का भुगतान किया, जबकि अब तक फसलों के नुकसान के क्लेम के रूप में उन्हें 60,000 करोड़ रुपए मिल चुके हैं। यानी जमा राशि के मुकाबले 4.5 गुना अधिक राशि दावों के रूप में प्राप्त हो चुकी है। अब तक हर साल खरीफ और रबी के मौसम के दौरान 5 करोड़ से भी अधिक किसान इस योजना से जुड़े हैं। 2020 के लिए बीमा कराने की प्रक्रिया शुरू हो चुकी है। पंजीकरण की कट ऑफ तिथि हर राज्य में अलग अलग तय होती है। अपने क्षेत्रों या गांवों की अधिसूचित फसलों की सूची, बीमित राशि एवं कट ऑफ तिथि की अधिक जानकारी के लिए आप निकटतम कृषि अधिकारी, जन सेवा केंद्र एवं बीमा कंपनी के प्रतिनिधि से संपर्क करें। www.pmfby.gov.in पर लॉगिन करके या फसल बीमा ऐप क्रॉप इंश्योरेंस ऐप का उपयोग करके अपनी फसल के नामांकन के लिए आवेदन किया जा सकता है। नामांकन के लिए इन दस्तावेजों की जरूरत होती है: नवीनतम आधार कार्ड, मोबाइल नंबर, बैंक खाता विवरण, भू अभिलेख दस्तावेज जिसमें जमीन के कागजात और राज्य सरकार द्वारा निर्देशित कोई भी अन्य दस्तावेज। कैसे मिलेगा फसल नुकसान होने पर दावे का भुगतान? PMFBY योजना में बीजों की बुआई से लेकर फसल कटाई के बाद सुखाने के उद्देश्य से खेतों में 14 दिनों तक फैलाई जाने वाली फसलों के पूरे फसल चक्र के दौरान जोखिम के कवर को प्रदान करता है। स्थानीय आपदा के कारण या अगर फसल कटाई के बाद बीमित फसलों को प्राकृतिक आपदा से नुकसान होता है तो बीमित किसान को 72 घंटे के भीतर इसकी सूचना बीमा कंपनी, बैंक या फिर राज्य सरकार के अधिकारियों या बीमा कंपनी के टोल फ्री नंबर पर देना आवश्यक है। जोखिमों में उपज हानि का आकलन फसल कटाई प्रयोगों के आधार पर किया जाता है। आपदा के कारण हुए नुकसान पर किसान को बीमा कंपनी द्वारा क्लेम राशि का उचित भुगतान मिलता है। क्लेम राशि का भुगतान सीधे किसान के बैंक खाते में किया जाता है। शिकायत निवारण के लिए किसान बीमा कंपनी, निकटतम बैंक शाखा या ब्लॉक या जिला कृषि कार्यालय में संपर्क कर सकते हैं। वो अपनी शिकायतों के लिए जिला और राज्य स्तरीय शिकायत निवारण समिति तक भी पहुंच सकते हैं। दरअसल पहले सभी ऋणी किसान जो बैंकों या वित्तीय संस्थानों से मौसमी कृषि ऋण या KCC का लाभ उठा रहे थे, उन्हें अनिवार्य रूप से इस योजना में शामिल किया जाता था। लेकिन फरवरी 2020 में किसानों के हित में नामांकन प्रक्रिया में एक बड़ा बदलाव करते हुए अब इस योजना को सभी किसानों के लिए स्वैच्छिक कर दिया गया है। प्रधानमंत्री फसल बीमा योजना किसानों को उनकी मेहनत से उगाई फसल को सुरक्षित करके देश को आत्मनिर्भर बनाने की दिशा में अहम कदम साबित हो रही है। जब किसान बढ़ेगा प्रकृति निर्भरता से आत्मनिर्भरता की ओर, तभी तो बनता है आत्मनिर्भर राष्ट्र।